22 ਅਕਤੂਬਰ 2021 ਦਿਨ ਸ਼ੁੱਕਰਵਾਰ ਸੈਮਿਆਮੂ ਕੈਟਜ਼ੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਖੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਇਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਜੀ। ਹਮੇਸ਼ਾ ਦੀ ਤਰ੍ਹਾਂ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਨੇ ਮਹਿੰਦਰਾ ਜੂਲਰਸ, ਜਿਨ੍ਹਾਂ ਨੇ ਸਰੀ ਤੋਂ ਬਾਅਦ ਐਡਮਿੰਟਨ ਦੇ ਵਿੱਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ। ਭਾਂਤ ਦੇ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਤੁਸੀਂ ਦੋਹਾਂ ਲੋਕੇਸ਼ਨਾਂ ਤੋਂ ਖਰੀਦ ਸਕਦੇ ਹੋ। ਨਵੇਂ ਤੋਂ ਨਵੇਂ ਡਿਜ਼ਾਈਨ ਆਪਣੇ ਖਰੇ ਸੋਨੇ ਵਾਸਤੇ ਬੜੇ ਮਸ਼ਹੂਰ ਨੇ। ਅਤੇ ਇਸ ਵਾਰ ਇਹਨਾਂ ਨੇ ਇੱਕ ਵਿਸ਼ੇਸ਼ ਆਫਰ ਚਲਾਈ ਹੋਈ ਆ ਕਿ ਤੁਸੀਂ 11 ਮਹੀਨੇ ਕੋਈ ਵੀ ਬੱਝਵੀਂ ਰਕਮ ਇਹਨਾਂ ਦੇ ਕੋਲ ਜਮ੍ਹਾਂ ਕਰਾਓ ਅਤੇ 12ਵੇਂ ਮਹੀਨੇ ਦੀ 19 ਹੀ ਇੱਕ ਕਿਸ਼ਤ ਕੋਲੋਂ ਪਾ ਕੇ ਤੁਹਾਨੂੰ ਤੁਹਾਡੀ ਮਨਪਸੰਦ ਦਾ ਗਹਿਣਾ ਜਿਹੜਾ ਜੀ ਉਹ ਸੌਂਪਣਗੇ। ਅਤੇ ਇਸ ਦੇ ਨਾਲ ਹੀ ਸਰੀ ਦੇ ਵਿੱਚ ਇਹਨਾਂ ਦੀ ਜਿਹੜੀ ਲੋਕੇਸ਼ਨ ਹੈ ਪਾਇਲਬੇਨ ਸੈਂਟਰ ਦੇ ਵਿੱਚ ਯੂਨਿਟ 332 8128 128 ਸਟਰੀਟ ਸਰੀ। ਅਤੇ ਐਡਮਿੰਟਨ ਦੇ ਵਿੱਚ ਇਹਨਾਂ ਦੀ ਦੂਜੀ ਲੋਕੇਸ਼ਨ ਇਹਨਾਂ ਨੇ ਪਲਾਜ਼ਾ 34 'ਚ ਖੋਲ੍ਹੀ ਹੈ, ਜਿੱਥੇ ਪਹਿਲਾਂ ਆਰ ਕੇ ਜੂਲਰਸ ਹੋਇਆ ਕਰਦਾ ਸੀ। 9258 34 ਐਵਨਿਊ ਐਡਮਿੰਟਨ। ਦੋਹਾਂ ਲੋਕੇਸ਼ਨਾਂ ਦੇ ਉੱਤੇ ਜਾ ਕੇ ਤੁਸੀਂ ਖਰੀਦਦਾਰੀ ਕਰ ਸਕਦੇ ਆ। ਘਰ ਬੈਠੇ ਔਨਲਾਈਨ ਖਰੀਦਦਾਰੀ ਵੀ ਕੀਤੀ ਜਾ ਸਕਦੀ ਆ। ਇਹਨਾਂ ਨੂੰ ਵਟਸਐਪ 'ਤੇ ਕਾਲ ਕਰੋ। ਵਟਸਐਪ 'ਤੇ ਕਾਲ ਕਰਕੇ ਤੁਸੀਂ ਗਹਿਣੇ ਦੇਖ ਸਕਦੇ ਆ, ਖਰੀਦ ਸਕਦੇ ਆ। ਖਰੀਦੇ ਹੋਏ ਗਹਿਣੇ ਤੁਹਾਡੇ ਘਰ ਡਿਲੀਵਰ ਕੀਤੇ ਜਾ ਸਕਦੇ ਆ। ਸਰੀ ਦੇ ਵਾਸਤੇ ਵਟਸਐਪ ਨੰਬਰ 604 916 1010 ਅਤੇ ਐਡਮਿੰਟਨ ਦੇ ਵਾਸਤੇ ਵਟਸਐਪ ਨੰਬਰ 780 850 9400। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਵਾਸੀਆਂ ਦੇ ਵਾਸਤੇ। ਕੈਨੇਡਾ ਸਰਕਾਰ ਨੇ ਸਫ਼ਰ 'ਤੇ ਲੱਗੀਆਂ ਜਿਹੜੀਆਂ ਪਾਬੰਦੀਆਂ ਸਾਰੀਆਂ ਚੱਕ ਦਿੱਤੀਆਂ ਆ ਜੀ। ਇਹਦੇ ਬਾਰੇ ਆਪਾਂ ਵਿਸਥਾਰ 'ਚ ਗੱਲਬਾਤ ਕਰਾਂਗੇ। ਕੈਨੇਡਾ ਦੇ ਵਿੱਚ ਪੰਜਾਬੀ ਦੋ ਸਿਆਸਤਦਾਨ ਜਿਹੜੇ ਆ ਜੀ, ਉਹਨਾਂ ਨੂੰ ਬਹੁਤ ਵੱਡਾ ਮਾਣ ਸਨਮਾਨ ਮਿਲਣ ਜਾ ਰਿਹਾ ਆ। ਸੋ ਇਹਨਾਂ ਦੋ ਸਿਆਸਤਦਾਨਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਅਤੇ ਗੱਲਬਾਤ ਕਰਾਂਗੇ ਆਪਾਂ ਹਾਲੀਵੁੱਡ ਫਿਲਮ ਦੇ ਇੱਕ ਸੈੱਟ ਦੀ, ਜਿੱਥੇ ਕਿ ਨਿਊ ਮੈਕਸੀਕੋ ਸੂਬੇ ਦੇ ਵਿੱਚ ਸ਼ੂਟਿੰਗ ਦੇ ਦੌਰਾਨ ਇੱਕ ਸਿਨੇਮੈਟੋਗ੍ਰਾਫਰ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਜੀ। ਹਰਿਆਣਵੀ ਜਾਟ ਨਵੀਨ ਸਿੰਘ ਅਤੇ ਨਿਹੰਗ ਸਿੰਘਾਂ ਦੇ ਵਿਚਾਲੇ ਜਿਹੜੀ ਗੱਲਬਾਤ ਚੱਲ ਰਹੀ ਸੀ, ਉਹਦਾ ਕੀ ਸਿੱਟਾ ਨਿਕਲਿਆ, ਕੀ ਅਪਡੇਟ ਆ, ਇਹਦੇ ਬਾਰੇ ਗੱਲ ਕਰਾਂਗੇ। ਮੇਘਾਲਿਆ ਦੇ ਜਿਹੜੇ ਰਾਜਪਾਲ ਨੇ ਸੱਤਿਆਪਾਲ ਮਲਿਕ, ਉਹਨਾਂ ਨੇ ਅੰਬਾਨੀ ਦੇ ਉੱਤੇ ਅਤੇ RSS ਦੇ ਉੱਤੇ ਕੁਝ ਦੋਸ਼ ਲਾਏ ਆ। ਉਹਨਾਂ ਦੀ ਆਪਾਂ ਗੱਲਬਾਤ ਕਰਾਂਗੇ। ਅਤੇ ਅਖੀਰ 'ਚ ਗੱਲਬਾਤ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਜਿੰਦਰ ਰੰਧਾਵਾ ਦੀ, ਜਿਹੜੇ ਕਿ ਇਸ ਵੇਲੇ ਟਵੀਟੋ ਟਵੀਟੀ ਹੋ ਕੇ ਲੜ ਰਹੇ ਆ। ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਮੁੜਦੇ ਹਾਂ। ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਜੀ। ਆਪਾਂ ਜਾਣਦੇ ਹਾਂ ਕਿ ਕੈਨੇਡਾ ਦੇ ਵਿੱਚ ਮਾਰਚ 2020 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਪਾਬੰਦੀਆਂ ਆ ਸਫ਼ਰ ਦੇ ਉੱਤੇ ਬਹੁਤ ਸਖਤ ਲੱਗੀਆਂ ਰਹੀਆਂ। ਕੈਨੇਡਾ ਸਰਕਾਰ ਵੱਲੋਂ ਅੱਡ ਅੱਡ ਜਿਹੜੀਆਂ ਆ ਸਲਾਹਾਂ, ਐਡਵਾਈਜ਼ਰੀਜ਼, ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਕਿ ਹੁਣ ਆਹ ਨਾ ਕਰੋ, ਹੁਣ ਉਹ ਨਾ ਕਰੋ। ਪਰ ਅਖੀਰ ਉਹ ਦਿਨ ਆ ਗਿਆ ਹੈ ਕਿ ਹੁਣ ਸਾਰੀਆਂ ਟਰੈਵਲ ਐਡਵਾਈਜ਼ਰੀਜ਼ ਜਿਹੜੀਆਂ ਆ ਉਹ ਕੈਨੇਡਾ ਸਰਕਾਰ ਨੇ ਗਲੋਬਲੀ ਜਿਹੜੀਆਂ ਐਡਵਾਈਜ਼ਰੀਜ਼ ਆ ਉਹ ਚੱਕ ਲਈਆਂ ਜੀ। ਸੋ ਜਿਹੜੇ ਕੈਨੇਡੀਅਨ ਆ ਹੁਣ ਨੋਨ ਅਸੈਂਸ਼ੀਅਲ ਟਰੈਵਲ ਜਿਹੜੇ ਆ ਕਰ ਸਕਦੇ ਆ, ਮਤਲਬ ਕਿਤੇ ਵੀ ਆਪਣੀ ਪਸੰਦ ਦੇ ਥਾਂ ਜਾ ਆ ਸਕਦੇ ਆ, ਚਾਹੇ ਉਹ ਕੈਨੇਡਾ ਦੇ ਵਿੱਚ ਆ ਅਤੇ ਚਾਹੇ ਕੈਨੇਡਾ ਦੇ ਬਾਹਰ ਆ। ਇਹ ਗੱਲ ਵੱਖਰੀ ਹੈ ਕਿ ਉਹ ਜਿੱਥੇ ਉਹਨਾਂ ਨੇ ਜਾਣਾ ਆ ਉਸ ਮੁਲਕ ਦੀਆਂ ਪਾਬੰਦੀਆਂ ਦਾ ਸਾਹਮਣਾ ਉਹਨਾਂ ਨੂੰ ਜ਼ਰੂਰ ਕਰਨਾ ਪਊਗਾ। ਜੇ ਹੱਲੇ ਵੀ ਕਿਸੇ ਮੁਲਕ ਦੇ ਵਿੱਚ ਤੁਹਾਨੂੰ ਕੁਆਰੰਟੀਨ ਹੋਣਾ ਪੈਂਦਾ ਤਾਂ ਤੁਹਾਨੂੰ ਕੁਆਰੰਟੀਨ ਹੋਣਾ ਪੈਣਾ ਆ। ਜੇ ਕੋਈ ਟੈਸਟਾਂ ਦੀ ਸ਼ਰਤ ਹੈਗੀ ਆ ਕਿ ਤੁਸੀਂ ਉੱਥੇ ਜਾਣਾ ਤਾਂ ਉੱਥੇ ਮੂਹਰੇ ਕੋਵਿਡ ਟੈਸਟ ਜਿਹੋ ਜਿਹਾ ਵੀ ਉਹ ਮੰਗਦੇ ਉਹੋ ਜਿਹਾ ਦੇਣਾ ਪੈਣਾ ਆ। ਪਰ ਇੱਕ ਜਿਹੜੀਆਂ ਪਾਬੰਦੀਆਂ ਸੀਗੀਆਂ, ਹਦਾਇਤਾਂ ਸੀਗੀਆਂ ਵੀ ਉੱਥੇ ਨਾ ਜਾਓ, ਆਹ ਨਾ ਕਰੋ, ਨੋਨ ਅਸੈਂਸ਼ੀਅਲ ਟਰੈਵਲ ਨਾ ਕਰੋ, ਉਹ ਜਿਹੜੀ ਗੱਲ ਆ ਹੁਣ ਨਹੀਂ ਰਹੀ। ਸੋ ਤਕਰੀਬਨ 1.5 ਸਾਲ ਦੇ ਵਕਫੇ ਤੋਂ ਬਾਅਦ ਜ਼ਿੰਦਗੀ ਜਿਹੜੀ ਆ ਉਹ ਨੋਰਮਲ ਹੋਣ ਵੱਲ ਵੱਧ ਰਹੀ ਆ। ਜਦੋਂ ਕਿ ਆਪਾਂ ਹੁਣ 2 ਕੁ ਮਹੀਨੇ ਤਕਰੀਬਨ ਰਹਿ ਗਏ ਆ, ਸਾਲ ਮੁੱਕਣ ਵਾਲਾ ਆ। ਬੜੀਆਂ ਆਸਾਂ ਆ ਕਿ 2022 ਜਿਹੜਾ ਆ ਬੜਾ ਹੀ ਨੋਰਮਲ ਸਾਲ ਜਿਹੜਾ ਆ ਹੋਊਗਾ। 2020 2021 ਤਾਂ ਇਸੇ ਤਰ੍ਹਾਂ ਜਿਹੜੇ ਆ ਉਹ ਲੰਘ ਗਏ ਆ। ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 2022 ਜਿਹੜਾ ਆ ਉਹ ਕਰੋਨਾ ਮੁਕਤ ਸਾਲ ਹੋਊਗਾ। ਉਹਦੇ ਵਿੱਚ ਜਿਹੜੀਆਂ ਇਹ ਟੈਸਟਾਂ ਵਾਲੀਆਂ ਪਾਬੰਦੀਆਂ ਇਹ ਵੀ ਚੱਕੀਆਂ ਜਾਣਗੀਆਂ। ਲੋਕ ਫਿਰ ਜਿਹੜਾ ਆਮ ਤੌਰ 'ਤੇ ਉੱਤੇ ਜਿਵੇਂ ਘੁੰਮਦੇ ਫਿਰਦੇ ਸੀਗੇ ਉਵੇਂ ਘੁੰਮ ਸਕਦੇ ਆ ਜੀ। ਇਸ ਦੇ ਨਾਲ ਹੀ ਕੈਨੇਡਾ ਸਰਕਾਰ ਨੇ ਇੱਕ ਹੋਰ ਵੀ ਗੱਲ ਜਿਹੜੀ ਅੱਜ ਕਲੀਅਰ ਕੀਤੀ ਆ। ਉਹ ਕਹਿੰਦੇ ਵੀ ਜਿਹੜੇ ਲੋਕ ਜਿਨ੍ਹਾਂ ਨੇ ਕੰਮ ਦੇ ਉੱਤੇ ਜਿਹੜੇ ਕੰਮ ਕਰਦੇ ਆ ਪਰ ਉਹਨਾਂ ਦੀ ਵੈਕਸੀਨੇਸ਼ਨ ਜਿਹੜੀ ਹੈ ਨਹੀਂ ਹੋਈ, ਜਾਂ ਉਹ ਇਸ ਗੱਲ ਦੇ ਵਾਸਤੇ ਬਜ਼ਿੱਦ ਨੇ ਕਿ ਅਸੀਂ ਟੀਕਾ ਨਹੀਂ ਲਵਾਉਣਾ। ਸੋ ਟੀਕਾ ਨਾ ਲਵਾਉਣ ਕਰਕੇ ਜੇ ਮੰਨ ਲਓ ਵੀ ਤੁਹਾਡਾ ਜਿਹੜਾ ਮਾਲਕ ਆ ਕੰਮ ਦਾ, ਚਾਹੇ ਉਹ ਕੋਈ ਪ੍ਰਾਈਵੇਟ ਅਦਾਰਾ ਆ ਚਾਹੇ ਕੋਈ ਸਰਕਾਰੀ ਅਦਾਰਾ ਆ, ਉਹ ਤੁਹਾਨੂੰ ਕੰਮ ਤੋਂ ਹਟਾ ਦਿੰਦਾ ਆ ਤਾਂ ਤੁਸੀਂ ਫਿਰ ਬੇਰੁਜ਼ਗਾਰੀ ਭੱਤਾ ਨਹੀਂ ਲੈ ਸਕਦੇ। ਤੁਹਾਨੂੰ ਜਿਹੜੀ ਐਮਪਲੋਇਮੈਂਟ ਇੰਸ਼ੋਰੈਂਸ ਹੈਗੀ ਆ ਉਹ ਨਹੀਂ ਮਿਲਣੀ। ਇਸ ਵਾਸਤੇ ਬਕਾਇਦਾ ਕੈਨੇਡਾ ਸਰਕਾਰ ਨੇ ਦੱਸ ਦਿੱਤਾ ਜੀ। ਇੰਪਲਾਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੀ ਵੈਬਸਾਈਟ ਦੇ ਉੱਤੇ ਇਹ ਜਾਣਕਾਰੀ ਪਾਈ ਗਈ ਆ ਕਿ ਹਰੇਕ ਕੰਮ ਵਾਲੇ ਵਿਅਕਤੀ ਨੂੰ ਜਿਹੜੀ ਵੈਕਸੀਨੇਸ਼ਨ ਜ਼ਰੂਰੀ ਆ। ਅਤੇ ਜੇ ਉਹਦਾ ਜਿਹੜਾ ਮਾਲਕ ਹੈਗਾ ਕੰਮ ਵਾਲਾ ਉਹ ਉਹਨੂੰ ਹਟਾ ਦਿੰਦਾ ਇਸ ਗੱਲ ਕਰਕੇ ਵੀ ਤੁਸੀਂ ਟੀਕੇ ਨਹੀਂ ਲਵਾਏ
ਤਾਂ ਫਿਰ ਉਹ ਬੇਰੁਜ਼ਗਾਰੀ ਭੱਤਾ ਲੈਣ ਦੇ ਵੀ ਯੋਗ ਨਹੀਂ ਹੋਣਾ ਜੀ। ਇਸੇ ਨਾਲ ਆਪਾਂ ਗੱਲਬਾਤ ਕਰਾਂਗੇ ਦੋ ਪੰਜਾਬੀਆਂ ਦੀ ਜਿਨ੍ਹਾਂ ਨੂੰ ਜਿਉਂਦਿਆਂ ਜੀ ਮਾਣ ਸਨਮਾਨ ਮਿਲ ਰਿਹਾ ਹੈ ਜੀ। ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਬੰਦਾ ਜ਼ਿੰਦਗੀ ਉਹਦੀ ਮੁੱਕ ਜਾਂਦੀ ਹੈ, ਇਸ ਜਹਾਨ 'ਚ ਨਹੀਂ ਰਹਿੰਦਾ, ਉਦੋਂ ਬਾਅਦ ਜਿਹੜਾ ਹੈ ਉਹਦਾ ਮਾਣ ਸਨਮਾਨ ਹੁੰਦਾ ਅਕਸਰ। ਪਰ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਦੋ ਪੰਜਾਬੀ ਜਿਹੜੇ ਆ ਸਿਆਸਤਦਾਨ ਉਹ ਹੈਗੇ ਜਿਹਨਾਂ ਨੂੰ ਕੈਨੇਡਾ ਦੇ ਵਿੱਚ ਜਿਉਂਦੇ ਜੀ ਜਿਹੜਾ ਮਾਣ ਸਨਮਾਨ ਮਿਲ ਰਿਹਾ ਆ। ਪਹਿਲਾਂ ਗੱਲ ਕਰਾਂਗੇ BC ਦੇ ਸਿਆਸਤਦਾਨ ਡਾਕਟਰ ਗੁਲਜ਼ਾਰ ਸਿੰਘ ਚੀਮਾ ਦੀ, ਜਿਹੜੇ ਕਿ BC ਦੇ ਵਿੱਚ ਵਿਧਾਇਕ ਵੀ ਰਹੇ, ਸਿਹਤ ਮੰਤਰੀ ਵੀ ਰਹੇ। ਪਰ ਉਸ ਤੋਂ ਪਹਿਲਾਂ ਉਹ ਮੈਨੀਟੋਬਾ ਵਿਨੀਪੈਗ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਜੋ ਕੀਰਤੀਮਾਨ ਸਥਾਪਿਤ ਕੀਤੇ ਆ, ਉਹਨਾਂ ਕਰਕੇ ਉਹਨਾਂ ਨੂੰ ਅੱਜ ਉੱਥੇ ਵੱਡਾ ਮਾਣ ਸਨਮਾਨ ਮਿਲ ਰਿਹਾ ਜੀ। ਵਿਨੀਪੈਗ ਦੀ ਸਿਟੀ ਕੌਂਸਲ ਵੱਲੋਂ ਇਹ ਫੈਸਲਾ ਕੀਤਾ ਗਿਆ ਆ ਕਿ ਉੱਥੋਂ ਦੀ ਇੱਕ ਸੜਕ ਦਾ ਨਾਂ ਜਿਹੜਾ ਡਾਕਟਰ ਗੁਲਜ਼ਾਰ ਸਿੰਘ ਚੀਮਾ ਦੇ ਨਾਂ ਦੇ ਉੱਤੇ ਰੱਖਿਆ ਜਾਣਾ ਜੀ। ਸੋ ਕੱਲ੍ਹ ਨੂੰ 23 ਅਕਤੂਬਰ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 2 ਵਜੇ ਇਹ ਅਨਾਊਂਸਮੈਂਟ ਜਿਹੜੀ ਉੱਥੇ ਹੋਣੀ ਹੈ। ਡਾਕਟਰ ਚੀਮਾ ਹੁਣੀ ਵੀ ਉੱਥੇ ਜਾ ਰਹੇ ਆ। ਜਿਹੜਾ ਕਮਰਸ਼ੀਅਲ ਐਵਨਿਊ ਹੈਗਾ ਜੀ, ਉਹਨੂੰ ਚੀਮਾ ਡਰਾਈਵ ਜਿਹੜਾ ਆ ਨਾਂ ਰੱਖਿਆ ਜਾਊਗਾ। ਜਿਹੜੀ ਵੈਸਟ ਆਫ ਐਡਵਰਡ ਸਟਰੀਟ ਆ ਉਹਨੂੰ ਚੀਮਾ ਡਰਾਈਵ ਦੇ ਨਾਂ ਦੇ ਉੱਤੇ ਜਾਣਿਆ ਜਾਊਗਾ। ਸੋ ਇਹ ਬੜੀ ਮਾਣ ਵਾਲੀ ਗੱਲ ਆ ਕਿ ਉਹਨਾਂ ਨੇ ਉੱਥੇ ਚੰਗਾ ਕੀਤਾ। ਜਿਹੜੀ ਸਿਟੀ ਕੌਂਸਲ ਹੈਗੀ ਆ ਵਿਨੀਪੈਗ ਦੀ, ਉਹਨਾਂ ਨੂੰ ਲੱਗਾ ਕਿ ਵਾਕਿਆ ਹੀ ਜਿਹੜਾ ਉਹਨਾਂ ਦੀਆਂ ਸੇਵਾਵਾਂ ਬਹੁਤ ਵਧੀਆ ਆ ਅਤੇ ਇਸ ਸ਼ਖਸ ਦੇ ਨਾਂ ਦੇ ਉੱਤੇ ਨਾਂ ਹੋਣਾ ਚਾਹੀਦਾ ਆ। ਡਾਕਟਰ ਗੁਲਜ਼ਾਰ ਸਿੰਘ ਚੀਮਾ ਜੋ ਕਿ ਹੁਣ ਸਰੀ ਦੇ ਵਿੱਚ ਰਹਿੰਦੇ ਆ, ਪਹਿਲਾਂ ਵਿਨੀਪੈਗ ਦੇ ਵਿੱਚ ਰਿਹਾ ਕਰਦੇ ਸੀਗੇ। ਇੱਥੋਂ ਦੇ ਕਲਡੋਨਨ ਹਲਕੇ ਤੋਂ 1988 ਦੇ ਵਿੱਚ ਉਹ ਲਿਬਰਲ ਵਿਧਾਇਕ ਜਿਹੜੇ ਆ ਚੁਣੇ ਗਏ ਸੀਗੇ। ਸੋ ਇਹ ਵੀ ਬੜੇ ਮਾਣ ਵਾਲੀ ਗੱਲ ਹੈ ਕਿ ਮੈਨੀਟੋਬਾ ਦੀ ਅਸੈਂਬਲੀ ਦੇ ਵਿੱਚ ਪਹਿਲੇ ਪੰਜਾਬੀ ਮੂਲ ਦੇ ਪਹਿਲੇ ਸਿੱਖ ਜਿਹੜੇ ਵਿਧਾਇਕ ਆ ਉਹ ਡਾਕਟਰ ਗੁਲਜ਼ਾਰ ਸਿੰਘ ਚੀਮਾ ਹੁਣੀ ਸੀਗੇ। ਉਸ ਤੋਂ ਬਾਅਦ BC ਆਏ। BC ਦੇ ਵਿੱਚ ਆ ਕੇ ਵੀ ਉਹਨਾਂ ਨੇ ਆਪਣੀ ਪ੍ਰੈਕਟਿਸ ਜਾਰੀ ਰੱਖੀ, ਨਾਲ ਦੀ ਨਾਲ ਸਿਆਸਤ ਜਾਰੀ ਰੱਖੀ। ਕਿੱਤੇ ਵਜੋਂ ਹੱਲੇ ਵੀ ਉਹ ਡਾਕਟਰ ਹੈਗੇ ਆ। ਅਤੇ ਮੈਂ ਗੱਲ ਬੜੇ ਫਖਰ ਦੇ ਨਾਲ ਇਹ ਬੜੇ ਧੰਨਵਾਦੀ ਹੋ ਕੇ ਕਹਿੰਦਾ ਆ ਕਿ ਡਾਕਟਰ ਗੁਲਜ਼ਾਰ ਚੀਮਾ ਨੇ ਪਿਛਲੇ 15-20 ਸਾਲਾਂ ਦੇ ਵਿੱਚ ਕਮਿਊਨਿਟੀ ਨੂੰ ਬੜਾ ਜਾਗਰੂਕ ਕੀਤਾ ਆ। ਉਹਨਾਂ ਨੇ ਅੱਡ ਰੇਡੀਓ ਸਟੇਸ਼ਨ ਦੇ ਉੱਤੇ, TV ਦੇ ਉੱਤੇ ਜਾ ਕੇ, ਅਖਬਾਰਾਂ ਦੇ ਕੋਲ ਜਾ ਕੇ ਜਿਹੜੀਆਂ ਸਾਡੀਆਂ ਸਿਹਤ ਸਮੱਸਿਆਵਾਂ ਆ ਉਹਨਾਂ ਨੂੰ, ਸਾਡੀਆਂ ਜਿਹੜੀਆਂ ਮਾੜੀਆਂ ਆਦਤਾਂ ਆ ਸਿਹਤ ਸੰਬੰਧੀ, ਉਹਨਾਂ ਨੂੰ ਕੰਟਰੋਲ ਕਰਨ ਦੇ ਵਾਸਤੇ ਬੜੀ ਜਾਗਰੂਕਤਾ ਫੈਲਾਈ ਆ, ਜਿਹਦਾ ਕਿ ਕਮਿਊਨਿਟੀ ਨੂੰ ਬਹੁਤ ਫਾਇਦਾ ਹੋਇਆ, ਖਾਸ ਕਰਕੇ ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਦੇ ਮਾਮਲੇ ਦੇ ਵਿੱਚ। ਸੋ ਉਹ ਵਲੰਟੀਅਰ ਕੰਮ ਵੀ ਕਰਦੇ ਰਹੇ, ਡਾਕਟਰੀ ਵੀ ਕਰਦੇ ਰਹੇ, ਸਿਆਸਤ ਵੀ ਕਰਦੇ ਰਹੇ ਅਤੇ ਹੁਣ ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਸੜਕ ਦਾ ਨਾਂ ਰੱਖਿਆ ਜਾਣਾ ਆ। ਇਸ ਵੇਲੇ ਉਹ ਫੈਡਰਲ ਲਿਬਰਲ ਪਾਰਟੀ ਦੇ ਨਾਲ ਜੁੜੇ ਹੋਏ ਆ ਅਤੇ ਸ਼ਾਇਦ ਸੀਨੀਅਰ ਜਿਹੜੇ ਥੋੜ੍ਹੇ ਆਗੂ ਹੋਣਗੇ ਲਿਬਰਲ ਪਾਰਟੀ ਦੇ, ਜਿਹੜੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਸਟਿਨ ਕਹਿ ਕੇ ਬੁਲਾਉਂਦੇ ਆ, ਡਾਕਟਰ ਗੁਲਜ਼ਾਰ ਚੀਮਾ ਉਹਨਾਂ ਦੇ ਵਿੱਚੋਂ ਇੱਕ ਆ। ਗੁਰਦਾਸਪੁਰ ਤੋਂ ਸਿਰਫ 1.5 ਕਿਲੋਮੀਟਰ ਦੂਰ ਪਿੰਡ ਬਰਿਆਰ ਉਹਨਾਂ ਦਾ ਹੈਗਾ। 67 ਸਾਲਾਂ ਦੇ ਡਾਕਟਰ ਗੁਲਜ਼ਾਰ ਸਿੰਘ ਚੀਮਾ ਆਪਣੇ ਪਰਿਵਾਰ ਸਮੇਤ ਹੁਣ ਇੱਥੇ ਰਹਿ ਰਹੇ ਆ ਜੀ। ਸੋ ਦੂਜੀ ਗੱਲ ਕਰਾਂਗੇ ਸਰਦਾਰ ਗੁਰਬਖਸ਼ ਸਿੰਘ ਮੱਲੀ ਹੁਣਾਂ ਦੀ। ਸਰਦਾਰ ਗੁਰਬਖਸ਼ ਸਿੰਘ ਮੱਲੀ ਇਕੱਲੇ ਅੰਟਾਰੀਓ ਦੇ ਵਿੱਚ ਨਹੀਂ, ਇਕੱਲੇ ਕੈਨੇਡਾ ਦੇ ਵਿੱਚ ਨਹੀਂ, ਦੁਨੀਆ ਭਰ ਦੇ ਵਿੱਚ ਬਹੁਤ ਵੱਡਾ ਨਾਂ ਆ। 1993 ਦੇ ਵਿੱਚ ਪਹਿਲੀ ਵਾਰੀ ਉਹ MP ਚੁਣੇ ਗਏ ਸੀਗੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ, ਬ੍ਰੈਮਲੀ ਗੋਰ ਮਾਲਟਨ ਹਲਕੇ ਤੋਂ। ਉਸ ਤੋਂ ਬਾਅਦ ਉਹ 18 ਸਾਲ ਉਹਨਾਂ ਨੇ ਇਹ ਕਹਿ ਸਕਦੇ ਹਾਂ ਕਿ ਪਾਰਲੀਮੈਂਟ ਦੇ ਵਿੱਚ, ਹਾਊਸ ਆਫ ਕਾਮਨਸ ਦੇ ਵਿੱਚ ਮੁੱਦੇ ਚੱਕੇ। 2011 ਦੇ ਵਿੱਚ ਉਹਨੇ ਆਪਣੀ ਸਿਆਸਤ ਜਿਹੜੀ ਆ ਉਹ ਛੱਡੀ ਆ। 72 ਸਾਲਾਂ ਦੇ ਗੁਰਬਖਸ਼ ਸਿੰਘ ਮੱਲੀ ਇਸ ਵੇਲੇ ਅੰਟਾਰੀਓ ਦੇ ਵਿੱਚ ਰਹਿ ਰਹੇ ਆ ਅਤੇ ਉਹਨਾਂ ਦੇ ਨਾਂ ਦੇ ਉੱਤੇ ਸਾਡੇ ਸਾਥੀ ਪੱਤਰਕਾਰ ਸਤਪਾਲ ਸਿੰਘ ਜੌਹਲ ਹੁਣਾਂ ਦੀ ਜਾਣਕਾਰੀ ਦੇ ਮੁਤਾਬਕ ਬਰੈਂਪਟਨ ਦੇ ਵਿੱਚ ਇੱਕ ਪਾਰਕ ਦਾ ਨਾਂ ਜਿਹੜਾ ਆ ਉਹ ਰੱਖਿਆ ਜਾ ਰਿਹਾ ਆ। ਸੋ ਇਹ ਵੀ ਇੱਕ ਵੱਡੇ ਮਾਣ ਵਾਲੀ ਗੱਲ ਹੈਗੀ ਆ ਜੀ। ਸਰਦਾਰ ਗੁਰਬਖਸ਼ ਸਿੰਘ ਮੱਲੀ ਉਹ ਇਨਸਾਨ ਆ ਜਿਨ੍ਹਾਂ ਨੇ ਜਦੋਂ MP ਬਣੇ ਆ ਤਾਂ ਉਹ ਇਕੱਲੇ ਕੈਨੇਡਾ ਦੇ ਵਿੱਚ ਹੀ ਨਹੀਂ, ਪੂਰੇ ਵੈਸਟਰਨ ਵਰਲਡ ਜਾਣੀ ਕਿ ਪੂਰੇ ਪੱਛਮੀ ਮੁਲਕਾਂ ਦੇ ਵਿੱਚ ਪਹਿਲੇ ਦਸਤਾਰਧਾਰੀ, ਪਹਿਲੇ ਸਿੱਖ MP ਜਿਹੜੇ ਆ ਉਹ ਚੁਣੇ ਗਏ ਸੀਗੇ। 72 ਸਾਲ ਦੀ ਉਮਰ ਆ। ਮੋਗੇ ਦੇ ਕੋਲ ਪਿੰਡ ਚੁੱਗਾ ਕਲਾਂ ਦੇ ਤੋਂ ਉਹ ਪ੍ਰਵਾਸ ਕਰਕੇ ਜਿਹੜੇ ਆ ਜੀ ਉਹ ਕੈਨੇਡਾ ਆਏ ਸੀਗੇ। ਸੋ ਇਹਨਾਂ ਦੋਹਾਂ ਸ਼ਖਸੀਅਤਾਂ ਨੂੰ ਵੱਡਾ ਮਾਣ ਜਿਹੜਾ ਮਿਲ ਰਿਹਾ ਅਤੇ ਮੈਨੂੰ ਪਰਸਨਲੀ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਇਹ ਮਾਣ ਸਨਮਾਨ ਜਿਹੜਾ ਜਿਉਂਦਿਆਂ ਮਿਲ ਰਿਹਾ ਆ। ਅਤੇ ਜਦੋਂ ਡਾਕਟਰ ਗੁਲਜ਼ਾਰ ਸਿੰਘ ਚੀਮਾ ਆਪਣੇ ਨਾਂ ਦੇ ਉੱਤੇ ਰੱਖੀ ਹੋਈ ਸਟਰੀਟ ਦੇ ਉੱਤੇ ਤੁਰਨਗੇ ਤਾਂ ਬੜਾ ਗੁੱਡ ਫੀਲ ਕਰਨਗੇ। ਜਦੋਂ ਸਰਦਾਰ ਗੁਰਬਖਸ਼ ਸਿੰਘ ਮੱਲੀ ਉਸ ਪਾਰਕ ਵਿੱਚ ਖੁਦ ਜਾਣਗੇ ਜਿੱਥਾ ਕਿ ਉਹਨਾਂ ਦਾ ਨਾਂ ਦੇ ਉੱਤੇ ਜਿਹੜਾ ਪਾਰਕ ਆ, ਤਾਂ ਬੜਾ ਚੰਗਾ ਫੀਲ ਕਰਨਗੇ। ਬਹੁਤ ਵਧੀਆ ਗੱਲ ਹੋਊਗੀ ਜੀ। ਸੋ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਹਾਲੀਵੁੱਡ ਦੀ। ਹਾਲੀਵੁੱਡ ਦੇ ਵਿੱਚ ਇੱਕ ਜਿਹੜੀ ਖਬਰ ਹੁਣ ਇਹ ਆ ਰਹੀ ਆ ਕਿ ਇੱਕ ਫਿਲਮ ਦੀ ਸ਼ੂਟਿੰਗ ਜਿਹੜਾ ਸੈਂਟਾ ਫੇ ਸ਼ਹਿਰ ਹੈਗਾ, ਨਿਊ ਮੈਕਸੀਕੋ ਦਾ ਸੂਬਾ ਆ, ਨਿਊ ਮੈਕਸੀਕੋ ਅਮਰੀਕਾ ਦਾ, ਉਹਦੇ ਕੋਲ ਇੱਕ ਸ਼ੂਟਿੰਗ ਚੱਲ ਰਹੀ ਸੀਗੀ। ਅਤੇ ਜਿਹੜੇ ਪ੍ਰਸਿੱਧ ਐਕਟਰ ਨੇ ਬਾਲੀਵੁੱਡ ਦੇ, ਜਿਹਨੇ ਤਸਵੀਰ ਖੱਬੇ ਹੱਥ ਆ, ਐਲਕ ਬੈਲਡਵਨ, ਉਹਨਾਂ ਦੀ ਜਿਹੜੀ ਆ ਸ਼ੂਟਿੰਗ ਫਿਲਮ ਦੀ, ਰਸਟ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀਗੀ ਕਿ ਇੱਕ ਜਿਹੜੀ ਪ੍ਰੋਪ ਗਨ ਹੁੰਦੀ ਆ ਫਿਲਮਾਂ ਦੇ ਵਿੱਚ ਯੂਜ਼ ਕੀਤੀ ਜਾਂਦੀ ਆ। ਅਸੀਂ ਤੱਕ ਇਹੀ ਸਮਝਦੇ ਸੀਗੇ ਸ਼ਾਇਦ ਵੀ ਫਿਲਮਾਂ ਦੇ ਵਿੱਚ ਨਕਲੀ ਗਨਸ ਜਿਹੜੀਆਂ ਆ ਉਹ ਵਰਤੀਆਂ ਜਾਂਦੀਆਂ ਆ, ਪਰ ਉਸ ਗਨ ਦੇ ਵਿੱਚੋਂ ਨਿਕਲੀ ਗੋਲੀ ਦੇ ਕਾਰਨ ਇੱਕ ਸਿਨੇਮੈਟੋਗ੍ਰਾਫਰ ਜਿਹੜੇ ਕਿ ਹੈਲਨਾ ਹਚਿਨਸ ਜਿਹਦਾ ਨਾਂ ਸੀਗਾ, ਉਹਦੀ ਮੌਤ ਹੋ ਗਈ ਆ। ਇਸ ਦੇ ਨਾਲ ਹੀ ਜਿਹੜੇ ਮੂਵੀ ਦੇ ਡਾਇਰੈਕਟਰ ਸੀਗੇ
ਉਹ ਸਖਤ ਜ਼ਖਮੀ ਜਿਹੜੇ ਆ ਜੀ ਹੋ ਗਏ ਆ। ਤੇ ਦੋਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ, ਐਂਬੂਲੈਂਸ ਵੀ ਮੌਕੇ 'ਤੇ ਸੱਦੀ ਗਈ ਸੀਗੀ, ਪਰ ਜਿਹੜੀ ਆ ਹੈਲਨ ਹਚਕਿੰਸ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਸੋ ਉਹਨਾਂ ਦੀ ਮੌਤ ਹੋ ਗਈ ਆ। ਮੈਂ ਵੀ ਇਹੀ ਸੋਚਦਾ ਸੀਗਾ ਕਿ ਸ਼ਾਇਦ ਜਿਹੜਾ ਆ ਇਹ ਫਿਲਮਾਂ ਦੇ ਵਿੱਚ ਹਥਿਆਰ ਵਰਤੇ ਜਾਂਦੇ ਆ, ਇਹ ਰਿਪੈਲਕਾ ਹੁੰਦੇ ਆ, ਮਤਲਬ ਕਿ ਬਿਲਕੁਲ ਡੁਪਲੀਕੇਟ ਹੁੰਦੇ ਆ, ਪਰ ਉਹੋ ਜਿਹੇ ਦੇਖਣ ਨੂੰ ਲੱਗਦੇ ਆ। ਪਰ ਪਤਾ ਲੱਗ ਰਿਹਾ ਕਿ ਇਹ ਗੱਲ ਨਹੀਂ ਹੈ, ਅਸਲੀ ਹਥਿਆਰ ਜਿਹੜੇ ਆ ਫਿਲਮਾਂ ਦੇ ਵਿੱਚ ਵਰਤੇ ਜਾਂਦੇ ਆ। ਜਿਹੜਾ ਅਸਲਾ ਵਿੱਚ ਵਰਤਿਆ ਜਾਂਦਾ ਉਹ ਜਾਲੀ ਹੁੰਦਾ। ਸੋ ਮਤਲਬ ਕਿ ਜੇ ਗਨ ਦੇ ਵਿੱਚ ਗੋਲੀ ਆ, ਸੋ ਗੋਲੀ ਦੇ ਵਿੱਚੋਂ ਬਰੂਦ ਜਿਹੜਾ ਆ ਉਹ ਕੱਢਿਆ ਹੁੰਦਾ, ਇਕੱਲਾ ਖੋਲ ਹੁੰਦਾ ਆ। ਅਤੇ ਜਿਹੜੇ ਮੂਹਰੇ ਇੱਕ ਕਾਪਰ ਦੀ ਜਿਹੜੀ ਟਿਪ ਲਾਈ ਹੁੰਦੀ ਆ, ਮੂਹਰੇ ਨੋਕ ਹੁੰਦੀ ਆ, ਉਹਦੀ ਥਾਂ ਦੇ ਉੱਤੇ ਕਾਗਜ਼ ਜਾਂ ਪਲਾਸਟਿਕ ਜਿਹੜਾ ਆ ਉਹ ਚਾੜਿਆ ਹੁੰਦਾ। ਸੋ ਜਦੋਂ ਗੋਲੀ ਚੱਲਦੀ ਆ, ਜਿਹੜਾ ਖੋਲ ਹੁੰਦਾ ਉਹ ਤਾਂ ਉਸੇ ਵੇਲੇ ਹੀ ਜਿਵੇਂ ਗਨ ਦੇ ਵਿੱਚੋਂ ਬਾਹਰ ਨਿਕਲ ਕੇ ਡਿੱਗ ਪੈਂਦਾ। ਤਾਂ ਜਿਹੜਾ ਫਿਰ ਮੂਹਰੇ ਥਾਂ ਜਿਹੜੀ ਚੀਜ਼ ਜਾਂਦੀ ਆ ਖਾਲੀ ਜਾਂਦੀ, ਉਹਦੇ ਵਿੱਚ ਗਨ ਪਾਊਡਰ ਜਾਂ ਕੋਈ ਹੋਰ ਬਰੂਦ ਜਾਂ ਕੋਈ ਇਹੋ ਜਿਹੀ ਚੀਜ਼ ਨਹੀਂ ਹੁੰਦੀ ਜਿਹੜੀ ਕਿ ਕਿਸੇ ਦੇ ਲੱਗ ਕੇ ਮੌਤ ਹੋ ਜਾਵੇ ਜੀ। ਪਰ ਇਸ ਮਾਮਲੇ ਦੇ ਵਿੱਚ ਪਤਾ ਨਹੀਂ ਕੀ ਕੁਤਾਹੀ ਹੋਈ ਹੈ, ਇਹਦੀ ਹਜੇ ਜਾਂਚ ਜਾਰੀ ਆ ਕਿ ਗੋਲੀ ਜਿਹੜੀ ਉਹ ਅਸਲੀ ਸੀ ਜਾਂ ਕੋਈ ਪਹਿਲਾਂ ਕੋਈ ਖੋਲ ਵਿੱਚ ਫਸਿਆ ਹੋਇਆ ਸੀਗਾ ਜਿਹੜਾ ਬਾਹਰ ਨਹੀਂ ਨਿਕਲ ਸਕਿਆ ਗਨ ਵਿੱਚੋਂ, ਉਹ ਲੱਗਣ ਦੇ ਕਾਰਨ ਜਿਹੜੀ ਹੈ ਸਿਨੇਮੈਟੋਗ੍ਰਾਫਰ ਦੀ ਮੌਤ ਹੋਈ ਹੈ ਜੀ। ਸੋ ਇਹ ਕੋਈ ਪਹਿਲੀ ਕਾਰਵਾਈ ਜਿਹੜੀ ਇਹੋ ਜਿਹੀ ਨਹੀਂ ਹੈਗੀ। ਇਸ ਤੋਂ ਪਹਿਲਾਂ ਦੁਰਘਟਨਾ ਇੱਕ ਹੋਰ ਵੀ ਵਾਪਰੀ ਸੀ 1993 ਦੇ ਵਿੱਚ। ਦ ਕਰੋ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਜਿਹੜੇ ਮਸ਼ਹੂਰ ਮਾਰਸ਼ਲ ਆਰਟਸ ਸਟਾਰ ਬਰੂਸ ਲੀ ਆ, ਉਹਨਾਂ ਦੇ ਬੇਟੇ ਬ੍ਰੈਂਡਨ ਲੀ ਦੀ ਵੀ ਇਸੇ ਤਰੀਕੇ ਜਿਹੜੀ ਆ ਮੌਤ ਹੋਈ ਆ। ਹੁਣ ਜਿਹੜੇ ਐਕਟਰ ਬਾਲਡਵਿਨ ਨੇ, ਉਹਨਾਂ ਨੇ ਇਸ ਦੁਰਘਟਨਾ ਦੇ ਉੱਤੇ ਦੁੱਖ ਪ੍ਰਗਟਾਉਂਦਿਆਂ ਸਿਨੇਮੈਟੋਗ੍ਰਾਫਰ ਦੇ ਪਤੀ, ਉਹਨਾਂ ਦੇ ਛੋਟੇ ਬੱਚੇ ਦੇ ਨਾਲ ਦੁੱਖ ਪ੍ਰਗਟਾਇਆ ਆ ਅਤੇ ਕਿਹਾ ਕਿ ਮੇਰੇ ਹੱਥੋਂ ਇੱਕ ਗਲਤ ਕੰਮ ਜਿਹੜਾ ਹੋ ਗਿਆ ਆ। ਹੁਣ ਮਾਮਲੇ ਦੀ ਜਾਂਚ ਜਿਹੜੀ ਹੈ ਜੀ ਉਹ ਚੱਲ ਰਹੀ ਆ। ਗੱਲ ਕਰਾਂਗੇ ਕਿਸਾਨ ਮੋਰਚੇ ਦੇ। ਕਿਸਾਨ ਮੋਰਚੇ 'ਤੇ ਆਪਾਂ ਕੱਲ੍ਹ ਵੀ ਗੱਲ ਸ਼ੇਅਰ ਕੀਤੀ ਸੀਗੀ ਕਿ ਨਵੀਨ ਸਿੰਘ ਨਾਂ ਦਾ ਹਰਿਆਣਵੀ ਜਾਟ ਜੋ ਸਿੱਖ ਬਣਿਆ, ਜਿਹਨੇ ਕਿ ਅੰਮ੍ਰਿਤ ਛਕਿਆ ਅਪ੍ਰੈਲ ਮਹੀਨੇ, ਉਹਦੇ ਉੱਤੇ ਝੂਠੇ ਦੋਸ਼ ਲਾਏ ਗਏ। ਉਸਨੂੰ ਫਿਰ ਗ੍ਰਿਫਤਾਰ ਵੀ ਕਰਵਾਇਆ ਗਿਆ। ਕਈ ਗਲਤ ਫਹਿਮੀਆਂ ਇਹਦੇ ਵਿੱਚ ਹੋਈਆਂ ਅਤੇ ਹੁਣ ਸਾਰੀ ਗੱਲ ਜਿਹੜੀ ਹੈ ਕਲੀਅਰ ਹੋ ਕੇ ਬਾਹਰ ਆ ਰਹੀ ਹੈ ਕਿ ਜਿਹੜਾ ਝਗੜਾ ਸੀਗਾ ਉਹ ਇਸੇ ਗੱਲ ਦਾ ਸੀਗਾ ਕਿ ਬਿਹਾਰੀ ਵਿਅਕਤੀ ਨੇ ਜਿਹੜਾ ਸਿਗਰਟ ਦਾ ਧੂੰਆਂ ਉਹਦੇ ਵੱਲ ਮਾਰਿਆ। ਉਸ ਤੋਂ ਬਾਅਦ ਤਕਰਾਰ ਵਧਿਆ, ਜਿਸ ਕਾਰਨ ਇਸ ਨਿਹੰਗ ਸਿੰਘ ਨੇ ਜਿਹੜੀ ਆ ਡਾਂਗ ਆ ਉਹਦੀਆਂ ਲੱਤਾਂ 'ਚ ਮਾਰੀ। ਉਹ ਲੱਤ ਸੁੱਜੀ ਆ, ਟੁੱਟੀ ਨਹੀਂ ਹੈਗੀ। ਇਸ ਗੱਲ ਦੀ ਮੈਡੀਕਲ ਰਿਪੋਰਟ 'ਚ ਪੁਸ਼ਟੀ ਹੋ ਚੁੱਕੀ ਆ। ਪਰ ਫਿਰ ਵੀ ਗ੍ਰਿਫਤਾਰ ਕੀਤੇ ਗਏ ਨਿਹੰਗ ਨਵੀਨ ਸਿੰਘ ਦੀ ਜ਼ਮਾਨਤ ਜਿਹੜੀ ਆ ਉਹ ਨਹੀਂ ਹੋ ਸਕੀ ਜੀ। ਪਰ ਦੂਜੇ ਪਾਸੇ ਜਿਹੜੇ ਇਹ ਪਿੰਡ ਨੇ ਜੱਟਾਂ ਦੇ, ਉਹਨਾਂ ਦੀ ਜਿਹੜੀ ਪੰਚਾਇਤ ਹੈਗੀ ਆ ਉਹ ਨਿਹੰਗ ਮੁਖੀ ਰਾਜਾ ਰਾਜ ਸਿੰਘ ਨੂੰ ਮਿਲੀ ਆ, ਜਿਨ੍ਹਾਂ ਨੇ ਕਿ ਕੱਲ੍ਹ ਬਹੁਤ ਕਾਹਲੀ ਦੇ ਵਿੱਚ ਜਿਹੜਾ ਫੈਸਲਾ ਕਰਦਿਆਂ ਇਹਦੀ ਦਸਤਾਰ ਲਾ ਕੇ ਮੁੰਡੇ ਦੀ ਇਹਦੇ ਵਾਲ ਚੈੱਕ ਕੀਤੇ। ਬਹੁਤ ਲੋਕਾਂ ਨੇ ਬੁਰਾ ਮਨਾਇਆ। ਹੁਣ ਉਹ ਇਸ ਗੱਲ ਦੇ ਉੱਤੇ ਅਫਸੋਸ ਪ੍ਰਗਟਾ ਰਹੇ ਆ, ਕਹਿੰਦੇ ਵੀ ਮੇਰੇ ਤੋਂ ਗਲਤੀ ਹੋਈ ਆ, ਪਰ ਮੇਰੇ ਤੋਂ ਅਣਜਾਣੇ ਦੇ ਵਿੱਚ ਗਲਤੀ ਹੋਈ ਆ, ਉਹਨਾਂ ਦੀ ਨੀਅਤ ਗਲਤ ਨਹੀਂ ਸੀਗੀ ਜੀ। ਹੁਣ ਗੱਲ ਸੋਚਣ ਵਾਲੀ ਇਹ ਸੀ ਕਿ ਵਿਅਕਤੀ ਜਦੋਂ ਆਪਣਾ ID ਕਾਰਡ ਦਿਖਾ ਰਿਹਾ ਆ, ਉਹ ID ਕਾਰਡ ਦੇ ਉੱਤੇ ਤਸਵੀਰ ਉਹਦੀ ਆ। ਜੇ ਕੋਈ ਬੰਦਾ ਗਲਤ ਆ ਤਾਂ ਆਪਣਾ ਅਸਲੀ ID ਕਾਰਡ ਥੋੜ੍ਹੀ ਲੈ ਕੇ ਵਿੱਚ ਘੁੰਮੂਗਾ। ਪਰ ਕਾਹਲੀ ਦੇ ਵਿੱਚ ਜਿਹੜਾ ਕੰਮ ਕੀਤਾ ਗਿਆ, ਜਿਸ ਨਾਲ ਪੂਰੇ ਸਿੱਖ ਭਾਈਚਾਰੇ ਦੇ ਹਿਰਦੇ ਵਿਲੁੰਦਰੇ ਗਏ ਅਤੇ ਲਗਭਗ ਦੇਸ਼ ਵਿਦੇਸ਼ ਦੇ ਵਿੱਚ ਇੱਕ ਮੁਹਿੰਮ ਚੱਲੀ, ਜਿਹਦੇ ਵਿੱਚ ਆਈ ਐਮ ਸੋਰੀ ਸਰਦਾਰ ਨਵੀਨ ਸਿੰਘ ਜੀ ਜਿਹੜੀ ਮੁਹਿੰਮ ਚੱਲੀ, ਉਹ ਤੋਂ ਮਾफ़ੀ ਮੰਗੀ ਗਈ। ਅਤੇ ਹੁਣ ਰਾਜਾ ਰਾਜ ਸਿੰਘ ਨੇ ਇਹ ਗੱਲ ਕਹੀ ਹੈ ਕਿ ਜਿਸ ਦਿਨ ਨਵੀਨ ਸਿੰਘ ਦੀ ਜ਼ਮਾਨਤ ਹੁੰਦੀ ਆ, ਉਹ ਖੁਦ ਉਹਨੂੰ ਲੈਣ ਜਾਣਗੇ, ਪੂਰਾ ਜਥਾ ਲੈ ਕੇ ਪੂਰਾ ਮਾਨ ਸਨਮਾਨ ਕੀਤਾ ਜਾਊਗਾ। ਅੱਜ ਵੀ ਨਵੀਨ ਸਿੰਘ ਨੂੰ ਰਾਜਾ ਰਾਜ ਸਿੰਘ ਵੱਲੋਂ ਭੇਜਿਆ ਨਿਹੰਗਾਂ ਦਾ ਬਾਣਾ ਭੇਟ ਕੀਤਾ ਗਿਆ ਅਤੇ ਜਦੋਂ ਉਹ ਅਦਾਲਤ ਦੇ ਵਿੱਚ ਪੇਸ਼ੀ ਮੌਕੇ ਹਾਜ਼ਰ ਹੋਇਆ ਤਾਂ ਉਹਨਾਂ ਨੇ ਬਾਣਾ ਜਿਹੜਾ ਆ ਪਹਿਨਿਆ ਹੋਇਆ ਸੀਗਾ। ਬੇਸ਼ੱਕ ਨਵੀਨ ਸਿੰਘ ਦੀਆਂ ਅੱਖਾਂ ਜਿਹੜੀਆਂ ਬਹੁਤ ਕੁਝ ਕਹਿ ਰਹੀਆਂ ਸੀਗੀਆਂ। ਇੱਕ ਸਵਾਲ ਸੀ ਉਹਨਾਂ ਅੱਖਾਂ ਦੇ ਵਿੱਚ ਵੀ ਤੁਸੀਂ ਮੇਰੇ ਨਾਲ ਇਹ ਕਿਉਂ ਕੀਤਾ, ਵੀ ਮੈਂ ਤਾਂ ਸਿੰਘ ਸੱਜ ਗਿਆ ਸੀ ਅਪ੍ਰੈਲ ਦੇ ਵਿੱਚ, ਬਾਲ ਜਿਹੜੇ ਹਾਲੇ ਹੌਲੀ ਹੌਲੀ ਵੱਧ ਰਹੇ ਸੀ, ਸ਼ੱਕ ਕੀਤਾ ਜਾ ਰਿਹਾ, ਮੈਨੂੰ ਹੋਰ ਲੋਕ ਕੀ ਟੀਚਰਾਂ ਕਰਨਗੇ ਵੀ ਤੁਸੀਂ ਦੇਖ ਲਓ ਸਿੱਖ ਬਣ ਕੇ ਤੁਹਾਨੂੰ ਕੀ ਮਿਲਿਆ। ਅਤੇ ਹੁਣ ਫਿਰ ਵੀ ਨਵੀਨ ਸਿੰਘ ਬੜਾ ਦ੍ਰਿੜ ਚਿੱਤ ਬੰਦਾ ਨਿਕਲਿਆ। ਉਹ ਕਹਿੰਦਾ ਵੀ ਮੈਂ ਸਿੱਖ ਧਰਮ ਨੂੰ ਸਮਰਪਿਤ ਹਾਂ, ਗੁਰੂ ਨਾਨਕ ਪਾਤਸ਼ਾਹ ਦੀਆਂ ਦਿੱਤੀਆਂ ਸਿਖਿਆਵਾਂ ਦੇ ਉੱਤੇ, ਉਹਨਾਂ ਨੂੰ ਦਿਖਾਏ ਮਾਰਗ ਦੇ ਉੱਤੇ ਮੈਂ ਆਪਣਾ ਚੱਲ ਕੇ ਜੀਵਨ ਸਫਲਾ ਕਰਨਾ ਚਾਹੁੰਦਾ ਹਾਂ। ਅਤੇ ਉਹ ਕਹਿੰਦੇ ਕੋਈ ਵੀ ਜਾਣਾ ਇਹ ਗੱਲ ਸੋਚੇ ਨਾ ਕਿ ਮੈਂ ਕਮਜ਼ੋਰ ਹੋ ਗਿਆ ਹਾਂ ਜਾਂ ਮੈਂ ਇਸ ਘਟਨਾ ਨੇ ਮੈਨੂੰ ਕਮਜ਼ੋਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ, ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੀ ਜੀ, ਜਿਹੜੇ ਕਿ ਇਸ ਵੇਲੇ ਮੇਘਾਲਿਆ ਜਿਹੜਾ ਕਿ ਉੱਤਰ ਪੂਰਬੀ ਸੂਬਾ ਭਾਰਤ ਦਾ, ਉੱਥੋਂ ਦੇ ਰਾਜਪਾਲ ਨੇ। ਉਹਨਾਂ ਨੇ ਇੱਕ ਖੁਲਾਸਾ ਕੀਤਾ। ਉਹ ਕਹਿੰਦੇ ਵੀ ਜਦੋਂ ਮੈਂ ਜੰਮੂ ਕਸ਼ਮੀਰ ਦਾ ਰਾਜਪਾਲ ਸੀਗਾ ਤਾਂ 2 ਕੰਮ ਕਰਾਉਣ ਦੇ ਵਾਸਤੇ ਮੈਨੂੰ 150 ਕਰੋੜ ਰੁਪਈਏ ਰਿਸ਼ਵਤ ਦੀ ਪੇਸ਼ਕਸ਼ ਜਿਹੜੀ ਆ ਉਹ ਹੋਈ ਸੀਗੀ, ਜਿਹੜੀ ਕਿ ਮੈਂ ਠੁਕਰਾ ਦਿੱਤੀ ਸੀਗੀ। ਉਹ ਕਹਿੰਦੇ ਮੇਰੇ ਸੈਕਟਰੀਆਂ ਨੇ ਮੈਨੂੰ ਆ ਕੇ ਦੱਸਿਆ ਸੀਗਾ ਕਿ ਇਹ ਅੰਬਾਨੀਆਂ ਦਾ ਕੰਮ ਆ, ਇੱਕ RSS ਦੇ ਨਾਲ ਸੰਬੰਧਿਤ ਇੱਕ ਵਿਅਕਤੀ ਦਾ ਕੰਮ ਆ, ਪ੍ਰੋਜੈਕਟ ਬਹੁਤ ਵੱਡੇ ਆ, ਕਮਿਸ਼ਨ ਬਹੁਤ ਵੱਡਾ ਬਣ ਰਿਹਾ, ਇਹਦੇ ਵਿੱਚ 300 ਕਰੋੜ ਰੁਪਇਆ ਦੋਹਾਂ ਡੀਲਾਂ ਦੇ ਵਿੱਚੋਂ ਬਣ ਜਾਣਾ ਵੀ ਜੇ ਆਪਾਂ ਇਹਨਾਂ ਦੇ ਸਮਝੌਤੇ ਨੂੰ ਸਹੀਬੱਧ ਕਰ ਦਿੰਦੇ ਹਾਂ ਜੀ। ਉਹ ਕਹਿੰਦੇ ਵੀ ਉਸ ਵੇਲੇ ਮੈਂ ਨਾਂਹ ਕਰ ਦਿੱਤੀ ਸੀਗੀ
ਤੇ ਮੈਂ ਉਹ ਪੈਸੇ ਮੈਂ ਨਹੀਂ ਲੈਣੇ ਹੈਗੇ ਤੇ ਨਾ ਹੀ ਮੈਂ ਇਹ ਡੀਲ ਜਿਹੜੀ ਆ ਇੱਥੇ ਹੋਣ ਦੇਣੀ ਹੈ ਜੀ। ਉਹ ਕਹਿੰਦੇ ਬੇਸ਼ੱਕ ਮੇਰੇ ਉੱਤੇ ਜ਼ੋਰ ਬੜਾ ਸੀਗਾ, ਦਬਾਅ ਬੜਾ ਸੀਗਾ ਕਿ ਪੈਸੇ ਵੀ ਲੈ ਲਏ ਜਾਣ ਤਾਂ ਕੰਮ ਵੀ ਕੀਤਾ ਜਾਵੇ, ਪਰ ਮੈਂ ਉਦੋਂ ਵੀ ਇਹ ਕੰਮ ਕਰਨ ਤੋਂ ਜਿਹੜਾ ਆ ਨਾ ਕਰ ਦਿੱਤੀ ਸੀ, ਕਿਉਂਕਿ ਕਹਿੰਦੇ ਮੈਂ ਇਮਾਨਦਾਰ ਵਿਅਕਤੀ ਹਾਂ ਤੇ ਪੈਸੇ ਧੇਲੇ ਜਿਹੜੇ ਨਹੀਂ ਲਾਏ। ਉਹਨਾਂ ਨੇ ਇੱਕ ਹੋਰ ਖੁਲਾਸਾ ਵੀ ਕੀਤਾ, ਉਹ ਕਹਿੰਦੇ ਵੀ ਮੇਰੇ ਕੋਲ ਤਾਂ ਰਿਟਾਇਰਮੈਂਟ ਤੋਂ ਬਾਅਦ ਰਹਿਣ ਲਈ ਘਰ ਵੀ ਹੈ ਨਹੀਂ ਆਪਣਾ, ਤੇ ਇਸ ਗੱਲ ਦੀ ਮੈਨੂੰ ਕੋਈ ਚਿੰਤਾ ਵੀ ਹੈ ਨਹੀਂ ਕਿਉਂਕਿ ਮੈਂ ਆਪਣਾ ਜਿਹੜਾ ਜੀਵਨ ਆ ਉਹ ਬੇਦਾਗ ਰੱਖਿਆ ਹੋਇਆ ਆ। ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਸਾਬਕਾ ਕੈਪਟਨ ਅਮਰਿੰਦਰ ਸਿੰਘ ਅਤੇ ਉਪ ਮੁੱਖ ਮੰਤਰੀ ਜਿਹੜੇ ਮੌਜੂਦਾ ਨੇ ਜੀ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਦੇ ਵਿਚਾਲੇ ਜਿਹੜੀ ਟਵੀਟੋ ਟਵੀਟ ਹੋ ਕੇ ਜੰਗ ਚੱਲ ਰਹੀ ਆ ਉਹਦੀ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਦੋਸ਼ ਲਾਏ ਆ ਜੀ। ਉਹ ਕਹਿੰਦੇ ਜਿਹੜੀ ਮੌੜ ਬੰਬ ਧਮਾਕੇ ਦੀ ਜਾਂਚ ਇਹਨਾਂ ਨੇ ਖੁਦ ਬੰਦ ਕੀਤੀ ਸੀਗੀ। ਤੁਹਾਨੂੰ ਯਾਦ ਕਰਾ ਦਈਏ ਕਿ ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਸੀਗੀਆਂ ਤਾਂ ਉਸ ਤੋਂ ਕੁਝ ਦਿਨ ਪਹਿਲਾਂ ਮੌੜ ਮੰਡੀ ਜਿਹੜੀ ਮਾਨਸਾ ਦੇ ਕੋਲ ਆ ਉੱਥੇ ਬੰਬ ਧਮਾਕਾ ਹੋਇਆ ਸੀਗਾ। 2 ਬੱਚਿਆਂ ਸਮੇਤ 7 ਨਿਰਦੋਸ਼ਾਂ ਦੀਆਂ ਜਿਹੜੀਆਂ ਜਾਨਾਂ ਗਈਆਂ ਸੀਗੀਆਂ। ਇੱਕਦਮ ਇਸ ਬੰਬ ਧਮਾਕੇ ਨੇ ਜਿਹੜੀ ਹਵਾ ਚੇਂਜ ਕਰ ਦਿੱਤੀ ਸੀਗੀ। ਸਾਰੀ ਸ਼ਹਿਰੀ ਵੋਟ ਜਿਹੜੀ ਆ ਕਾਂਗਰਸ ਨੂੰ ਭੁਗਤ ਗਈ ਸੀਗੀ। ਸਿੱਟੇ ਵਜੋਂ ਕਾਂਗਰਸ ਦੀ ਸਰਕਾਰ ਜਿਹੜੀ ਆ ਬਣ ਗਈ ਸੀਗੀ। ਹੁਣ ਰੰਧਾਵਾ ਇਹ ਕਹਿ ਰਹੇ ਆ ਕਿ ਉਹ ਜਾਂਚ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਨੇ ਹੋਣ ਨਹੀਂ ਦਿੱਤੀ। ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਜਿੱਥੇ ਤੱਕ ਜਾਂਚ ਪਹੁੰਚ ਗਈ ਸੀਗੀ ਉਦੋਂ ਉਹ ਜਾਂਚ ਜਿਹੜੀ ਆ ਡੇਰਾ ਸਿਰਸਾ ਵੱਲ ਜਾ ਰਹੀ ਸੀਗੀ। ਅਤੇ ਜਿਹੜਾ ਇਹ ਅਟੈਕ ਹੋਇਆ ਸੀਗਾ ਉਸ ਅਟੈਕ ਦੇ ਵਿੱਚ ਵੀ ਡੇਰਾ ਸਿਰਸਾ ਦੇ ਜਿਹੜੇ ਆ ਕੁੜਮ ਕਾਂਗਰਸੀ ਆਗੂ ਜੱਸੀ ਉਹਨਾਂ ਨੂੰ ਕਿਹਾ ਕਿ ਅਸੀਂ ਟਾਰਗੇਟ ਕੀਤਾ ਗਿਆ ਆ। ਸੋ ਜਦੋਂ ਜਾਂਚ ਦੀ ਜਿਹੜੀ ਸੂਈ ਹੈਗੀ ਉਹ ਡੇਰਾ ਸਿਰਸਾ ਵੱਲ ਜਾਂਦੀ ਸੀਗੀ, ਜਿਹੜੀ ਕਿ ਕਹਿ ਸਕਦੇ ਕਿ ਸਿੱਧੇ ਰੂਪ ਦੇ ਵਿੱਚ ਇੱਕ ਹੋਰ ਵੱਡੀਆਂ ਤਾਕਤਾਂ ਵੱਲ ਜਾਂਦੀ ਸੀਗੀ, ਤਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਚ ਜਿਹੜੀ ਆ ਰੋਕ ਦਿੱਤੀ ਗਈ ਆ। ਹੁਣ ਕੈਪਟਨ ਸਰਕਾਰ ਦੇ ਸਾਬਕਾ ਮੰਤਰੀ ਤੇ ਮੌਜੂਦਾ ਗ੍ਰਹਿ ਮੰਤਰੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਇਹੀ ਗੱਲ ਜਿਹੜੀ ਆ ਕਹਿ ਰਹੇ ਆ ਕਿ ਕੈਪਟਨ ਨੇ ਸਾਰਾ ਕੁਝ ਜਿਹੜਾ ਆ 4 ਸਾਲ ਤੱਕ ਇਹਨੂੰ ਰੋਕੀ ਰੱਖਿਆ ਜੀ। ਅਤੇ ਹੁਣ ਉਹ ਕਹਿ ਰਹੇ ਆ ਕਿ ਅਸੀਂ ਦੁਬਾਰਾ ਜਾਂਚ ਜਿਹੜੀ ਆ ਜਿੱਥੇ ਖੜੀ ਸੀਗੀ ਉੱਥੋਂ ਦੁਬਾਰਾ ਸ਼ੁਰੂ ਕਰਾਵਾਂਗੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਦੱਸ ਸਕੀਏ ਕਿ ਉਹ ਜਿਹੜੇ 7 ਨਿਰਦੋਸ਼ ਇਸ ਬੰਬ ਧਮਾਕੇ ਦੀ ਬਲੀ ਲਏ ਗਏ ਸੀਗੇ ਉਹਦੇ ਪਿੱਛੇ ਜਿਹੜੇ ਆ ਉਹ ਕੌਣ ਸੀਗੇ ਜੀ। ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦੇ ਉੱਤੇ ਇਤਰਾਜ਼ ਕੀਤਾ ਆ। ਉਹ ਕਹਿੰਦੇ ਜੇ ਰੰਧਾਵਾ ਨੂੰ ਹੁਣ ਇਹ ਗੱਲ ਇੰਨੀ ਪਤਾ ਆ ਤਾਂ ਜਦੋਂ 4 ਸਾਲ ਮੇਰੇ ਨਾਲ ਮੰਤਰੀ ਰਹੇ ਉਦੋਂ ਕਿਉਂ ਨਹੀਂ ਬੋਲੇ ਇਸ ਬਾਰੇ, ਉਦੋਂ ਉਹਨਾਂ ਨੂੰ ਇਹ ਗੱਲ ਜਿਹੜੀ ਆ ਉਹ ਕਹਿਣੀ ਚਾਹੀਦੀ ਸੀਗੀ। ਇਹਦੇ ਨਾਲ ਹੀ ਸੁਖਜਿੰਦਰ ਰੰਧਾਵਾ ਨੇ ਇੱਕ ਮੋੜਵਾਰ ਜਿਹੜਾ ਕੀਤਾ, ਉਹ ਕਹਿੰਦੇ ਰੂਸਾ ਆਲਮ ਜਿਹੜੀ ਆ ਉਹ ਜਿਹੜੇ ਉਹਦੇ ISI ਦੇ ਨਾਲ ਸੰਬੰਧ ਆ ਉਹਨਾਂ ਦੀ ਪੰਜਾਬ ਸਰਕਾਰ ਵੱਲੋਂ ਜਾਂਚ ਕੀਤੀ ਜਾਊਗੀ ਜੀ। ਉਹ ਕਹਿੰਦੇ ਵੀ ਕਿਉਂਕਿ ਉਹ ਸੂਬੇ ਦੇ ਗ੍ਰਹਿ ਮੰਤਰੀ ਆ, ਉਪ ਮੁੱਖ ਮੰਤਰੀ ਆ, ਉਹ DGP ਇਕਬਾਲਪ੍ਰੀਤ ਸਿੰਘ ਸਹੋਤੇ ਨੂੰ ਕਹਿਣਗੇ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ ਕਿ ਰੂਸਾ ਦੇ ਕਿਹਦੇ ਨਾਲ ਕੀ ਸੰਬੰਧ ਆ। ਜਿਹੜੀਆਂ ਚਰਚਾਵਾਂ ਚੱਲ ਰਹੀਆਂ ਕਿ ਰੂਸਾ ਆਲਮ ਜਿਹੜੀ ਆ ਪਾਕਿਸਤਾਨ ਦੀ ਏਜੰਟ ਆ ਅਤੇ ਇਹਦੇ ਰਾਹੀਂ ਬਹੁਤ ਸਾਰਾ ਪੈਸਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਹਰਲੇ ਮੁਲਕਾਂ ਦੇ ਵਿੱਚ ਕੱਢਿਆ ਗਿਆ ਆ, ਉਹਦੀ ਜਾਂਚ ਜਿਹੜੀ ਆ ਅਸੀਂ ਕਰਾਵਾਂਗੇ ਜੀ। ਹੁਣ ਕੈਪਟਨ ਅਮਰਿੰਦਰ ਸਿੰਘ ਸਿੱਧੇ ਜਵਾਬ ਨਹੀਂ ਦੇ ਰਿਹਾ। ਇਹਨਾਂ ਦਾ ਜਿਹੜਾ ਮੀਡੀਆ ਸਲਾਹਕਾਰ ਰਵੀਨ ਠਕਰਾਲ ਆ ਉਹਦੇ ਟਵੀਟ ਤੋਂ ਜਵਾਬ, ਉਹਦੇ ਟਵਿੱਟਰ ਖਾਤੇ ਤੋਂ ਜਵਾਬ ਜਿਹੜੇ ਆ ਉਹ ਦਿੱਤੇ ਜਾ ਰਹੇ ਆ। ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਕਿਹਾ ਕਿ ਇਹ ਆਪਣੇ ਆਪ ਨੂੰ ਕਿਸੇ ਵਿਅਕਤੀ ਨੂੰ ਸਰਵਸ਼ਕਤੀਮਾਨ ਨਹੀਂ ਸਮਝਣਾ ਚਾਹੀਦਾ। ਸਰਵਸ਼ਕਤੀਮਾਨ ਉਹ ਰੱਬ ਹੁੰਦਾ, ਵਾਹਿਗੁਰੂ ਹੁੰਦਾ, ਜਿਹਦੀ ਝੂਠੀ ਸਹੁੰ ਖਾ ਕੇ ਗੁਟਕਿਆਂ ਦੀ ਇਹਨਾਂ ਨੇ ਰਾਜ ਜਿਹੜਾ ਕੀਤਾ ਹੈ, ਅਤੇ ਉਹਦੀ ਸਜ਼ਾ ਹੁਣ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਭੁਗਤ ਰਹੇ ਆ ਅਤੇ ਗਾਹਾਂ ਹੋਰ ਭੁਗਤਣਗੇ ਜੀ। ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਲਟਾ ਰੰਧਾਵਾ ਨੂੰ ਕਿਹਾ ਵੀ ਰੰਧਾਵਾ ਪਹਿਲਾਂ ਕਿਉਂ ਚੁੱਪ ਰਹੇ ਆ, ਰੂਸਾ ਆਲਮ ਕਿਹੜਾ ਵੀ ਅੱਜ ਆਈ ਸੀਗੀ, ਜਦੋਂ ਇਹ ਮੇਰੇ ਨਾਲ ਮੰਤਰੀ ਸੀਗੇ ਮਿਲਦੇ ਗਿਲਦੇ ਸੀਗੇ ਉਦੋਂ ਕਿਉਂ ਨਹੀਂ ਪੁੱਛਿਆ ਵੀ ਰੂਸਾ ਆਲਮ ਜਿਹੜੀ ਆ ਉਹ ਇੱਥੇ ਕਿਉਂ ਆਈ ਹੋਈ ਆ। ਅਤੇ ਨਾਲ ਉਹਨਾਂ ਨੇ ਇੱਕ ਸੋਨੀਆ ਗਾਂਧੀ ਨੂੰ ਮਿਲਦੀ ਹੱਥ ਮਿਲਾਉਂਦੀ ਰੂਸਾ ਆਲਮ ਦੀ ਫੋਟੋ ਵੀ ਜਾਰੀ ਕੀਤੀ ਆ। ਸੋ ਮਤਲਬ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਕਿਸੇ ਵੇਲੇ ਸੋਨੀਆ ਗਾਂਧੀ ਦੇ ਬੜੇ ਖਾਸਮ ਖਾਸ ਸਮਝੇ ਜਾਂਦੇ ਸੀਗੇ, ਹੁਣ ਉਹ ਰਾਜ ਜਿਹੜੇ ਸੀਗੇ ਹਾਈ ਕਮਾਂਡ ਦੇ ਹੌਲੀ ਹੌਲੀ ਬਾਹਰ ਕੱਢਣ ਲੱਗ ਪਏ ਆ। ਸੋ ਇਹ ਫੋਟੋ ਰਿਲੀਜ਼ ਕਰਨ ਦਾ ਮਤਲਬ ਇਹੀ ਹੈ ਕਿ ਜੇ ਮੈਂ ISI ਦਾ ਏਜੰਟ ਹਾਂ ਤਾਂ ਫਿਰ ਤਾਂ ਸੋਨੀਆ ਗਾਂਧੀ ਵੀ ਜਿਹੜੀ ਉਹ ਵੀ ਫਿਰ ISI ਦੀ ਏਜੰਟ ਹੋਈ, ਕਿਉਂਕਿ ਉਹ ਵੀ ਰੂਸਾ ਆਲਮ ਨੂੰ ਜਿਹੜੀ ਆ ਮਿਲਦੀ ਰਹੀ ਆ। ਅਜਿਹਾ ਕੈਪਟਨ ਦਾ ਦਰਸਾਉਣਾ ਹੈਗਾ ਜੀ। ਸੋ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਜਿਹੜਾ ਵਾਰ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਉੱਤੇ ਉਹਨਾਂ ਦੇ ਸਾਥੀਆਂ ਦੇ ਕੀਤਾ। ਉਹ ਕਹਿੰਦੇ ਵੀ ਮੈਂ ਤਾਂ ਹੁਣ ਸੱਤਾ ਦੇ ਵਿੱਚ ਹੈ ਨਹੀਂ ਗਾ, ਤੁਸੀਂ ਸੱਤਾ ਦੇ ਵਿੱਚ ਹੈਗੇ ਆ, ਤੁਸੀਂ ਹੁਣ ਦੇਖ ਲਾਂਗੇ ਵੀ ਮਹੀਨਾ ਹੋਣ ਵਾਲਾ ਤੁਹਾਡੀ ਸਰਕਾਰ ਬਣੀ ਨੂੰ ਵੀ ਤੁਸੀਂ ਕਿੰਨੇ ਕੁ ਨਸ਼ਿਆਂ ਵਾਲੇ ਫੜ ਲਏ, ਕਿੰਨੇ ਕੁ ਬੇਅਦਬੀ ਦਾ ਜਿਹੜਾ ਬੇਅਦਬੀਆਂ ਕਰਨ ਵਾਲੇ ਉਹਨਾਂ ਨੂੰ ਇਨਸਾਫ ਦੇ ਦਿੱਤਾ, ਅਤੇ ਬਾਈਬਲ ਕਲਾ ਗੋਲੀ ਕਾਂਡ ਦੇ ਮਾਮਲੇ ਵਿੱਚ ਤੁਸੀਂ ਕਿੰਨਾ ਕੁ ਇਨਸਾਫ ਦੇ ਦਿੰਦੇ ਆ। ਸੋ ਇਹ ਜਿਹੜੀਆਂ ਗੱਲਾਂ ਆ ਇਹ ਇਸ ਗੱਲ ਦੀ ਸ਼ਾਦੀ ਭਰਦੀਆਂ ਕਿ ਕੈਪਟਨ ਨੂੰ ਪੱਕਾ ਪਤਾ ਵੀ ਜਿਹੜੀਆਂ ਇਹਨਾਂ ਸਾਰੇ ਮਾਮਲਿਆਂ ਪਿੱਛੇ, ਨਸ਼ਿਆਂ ਪਿੱਛੇ, ਬੇਅਦਬੀਆਂ ਪਿੱਛੇ, ਗੋਲੀ ਕਾਂਡਾਂ ਪਿੱਛੇ ਵੱਡੀਆਂ ਤਾਕਤਾਂ ਆ, ਚਾਹੇ ਉਹ ਮੌੜ ਬੰਬ ਧਮਾਕਾ ਆ ਜਿਹਦੀ ਜਾਂਚ ਇਹਨਾਂ ਵੱਡੀਆਂ ਤਾਕਤਾਂ ਨੇ ਹੋਣ ਨਹੀਂ ਦਿੱਤੀ, ਵੀ ਉਹਨਾਂ ਨੇ ਚਾਹੇ ਨਵਜੋਤ ਸਿੱਧੂ ਹੋਵੇ ਅਤੇ ਚਾਹੇ ਸੁਖਜਿੰਦਰ ਰੰਧਾਵਾ ਹੋਵੇ ਉਹਦੇ ਉਵੇਂ ਪੈਰ ਨਹੀਂ ਲੱਗਣ ਦੇਣੇ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਹੀਂ ਲੱਗਣ ਦਿੱਤੇ।
ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਵੀ ਚਾਹੁੰਦਾ ਹੋਵੇ ਵੀ ਨਾ ਮਾਮਲਿਆਂ ਦੀ ਜਾਂਚ ਹੋਵੇ, ਪਰ ਜਦੋਂ ਜਾਂਚ ਉੱਧਰ ਨੂੰ ਤੁਰਦੀ ਹੈ ਜਿੱਧਰ ਨੂੰ ਤੁਰਨੀ ਨਹੀਂ ਚਾਹੀਦੀ, ਜਿੱਧਰ ਨੂੰ ਫਿਰ ਵੱਡੀਆਂ ਤਾਕਤਾਂ ਆ, ਉੱਥੇ ਆ ਕੇ ਫਿਰ ਗੱਲ ਰੁਕ ਜਾਂਦੀ ਹੈ। ਸੋ ਕੈਪਟਨ ਅਮਰਿੰਦਰ ਸਿੰਘ ਦਾ ਇੰਨੀ ਸ਼ਾਦੀ ਨਾ ਕਹਿਣਾ ਇਹ ਵੀ ਗੱਲ ਹੀ ਪ੍ਰਭਾਵ ਦਿੰਦਾ ਆ ਕਿ ਉਹਨਾਂ ਨੂੰ ਪਤਾ ਆ ਵੀ ਗੱਲ ਇਹ ਕਿਸੇ ਸਿਰੇ ਕੰਢੇ ਲੱਗਣੀ ਨਹੀਂ, ਕਿਉਂਕਿ ਬੇਅਦਬੀਆਂ, ਮੌੜ ਮੰਡੀ ਦੇ ਬੰਬ ਧਮਾਕੇ, ਇਹ ਜਿੱਧਰ ਨੂੰ ਪੈੜਾਂ ਜਾਂਦੀਆਂ ਆ ਉੱਧਰ ਨੂੰ ਫਿਰ ਕੰਮ ਖਰਾਬ ਹੋ ਜਾਣਾ ਆ, ਵੱਡੀਆਂ ਤਾਕਤਾਂ ਵੱਲ ਜਿਹੜਾ ਆ ਗੱਲ ਜਾਣ ਵਾਲੀ ਹੋ ਜਾਣੀ ਹੈ ਜੀ। ਸੋ ਕੈਪਟਨ ਅਮਰਿੰਦਰ ਸਿੰਘ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਇਹ ਜਿਹੜੀ ਹੈ ਜੰਗ ਆ ਅਗਲੇ ਹਫ਼ਤੇ ਵਿੱਚ ਜਾਂਦੀ ਹੈ ਜਾਂ ਕੋਈ ਹੋਰ ਨਵਾਂ ਮਸਲਾ ਆ ਜਾਂਦਾ, ਇਹਦੀ ਗੱਲ ਹੁਣ ਆਪਾਂ ਨੂੰ ਸੋਮਵਾਰ ਪਤਾ ਲੱਗਣੀ ਹੈ, ਕਿਉਂਕਿ ਸਾਡਾ ਇਸ ਹਫ਼ਤੇ ਦਾ ਅਖੀਰਲਾ ਪ੍ਰੋਗਰਾਮ ਆ। ਅਤੇ ਤੁਸੀਂ ਮੈਨੂੰ ਇੱਥੇ ਇਜਾਜ਼ਤ ਦਿਓ, ਸੋਮਵਾਰ ਨੂੰ ਹੋਰ ਗੱਲਬਾਤ, ਹੋਰ ਜਾਣਕਾਰੀ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗਾ ਜੀ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। The Sahota Show is brought to you by Mahindra Jewelers. ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।